ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਪਰਮ ਸਨਮਾਨਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਭਾਈ ਬਿਧੀ ਚੰਦ ਜੀ ਸਿੱਖ ਇਤਿਹਾਸ ਵਿੱਚ ਆਪਣਾ ਨਿਵੇਕਲਾ ਸਥਾਨ ਰੱਖਦੇ ਹਨ। ਉਹਨਾਂ ਦੀ ਸੂਰਬੀਰਤਾ ਨੂੰ ਸਿੱਖ ਇਤਿਹਾਸ ਸਦਾ ਲਈ ਯਾਦ ਕਰਦਾ ਰਹੇਗਾ। ਜਿੱਥੇ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਭਾਈ ਬਿਧੀ ਚੰਦ ਨਾਲ ਬਹੁਤ ਪਿਆਰ ਸੀ, ਉੱਥੇ ਸ੍ਰੀ ਗੁਰੂ ਹਰਗੋਬਿੰਦ ਜੀ ਭਾਈ ਬਿਧੀ ਚੰਦ ਜੀ ਨੂੰ ਆਪਣਾ ਬਹੁਤ ਹੀ ਪਿਆਰਾ ਸਿੱਖ ਸਮਝ ਕੇ ਆਪਣੇ ਨਾਲ ਹੀ ਰੱਖਿਆ ਕਰਦੇ ਸਨ। ਜਦੋਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਕਰਤਾਰਪੁਰ ਤੋਂ ਕੀਰਤਪੁਰ ਸਾਹਿਬ ਲਈ ਚਾਲੇ ਪਾਏ ਤਾਂ ਫਗਵਾੜੇ ਦੇ ਨੇੜੇ ਆ ਕੇ ਪਿੰਡ ਪਲਾਹੀ ਦੇ ਕੋਲ ਗੁਰੂ ਜੀ ਨੇ ਡੇਰਾ ਲਾਇਆ। ਅਤੇ ਜਦੋਂ ਜਲੰਧਰ ਵੱਲੋਂ ਦੁਸ਼ਮਣ ਦੀ ਫੌਜ ਆ ਗਈ ਤਾਂ ਉਦੋਂ ਵੀ ਭਾਈ ਬਿਧੀ ਚੰਦ ਜੀ ਅਤੇ ਹੋਰ ਸੂਰਬੀਰ ਸਿੱਖਾਂ ਨੇ ਛੇਤੀ ਹੀ ਦੁਸ਼ਮਣ ਦੀਆਂ ਫੌਜਾਂ ਦਾ ਲੱਕ ਤੋੜ ਦਿੱਤਾ ਅਤੇ ਬਹੁਤ ਸਾਰਾ ਸਮਾਨ ਗੁਰੂ ਜੀ ਦੇ ਹੱਥ ਲੱਗ ਗਿਆ। ਸ਼੍ਰੀ ਕੀਰਤਪੁਰ ਸਾਹਿਬ ਵਿੱਚ ਰਹਿੰਦੇ ਹੋਏ ਵੀ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬਹੁਤੇ ਮਹੱਤਵਪੂਰਨ ਕੰਮ ਭਾਈ ਬਿਧੀ ਚੰਦ ਜੀ ਤੋਂ ਹੀ ਕਰਵਾਏ। ਜਦੋਂ ਬਾਬਾ ਗੁਰਦਿੱਤਾ ਜੀ ਕੀਰਤਪੁਰ ਸਾਹਿਬ ਵਿੱਚ ਆਪਣੀ ਦੇਹ ਤਿਆਗ ਗਏ ਤਾਂ ਉਹਨਾਂ ਦੀ ਦੇਹ ਦਾ ਅੰਤਮ ਸੰਸਕਾਰ ਕਰਨ ਦੀ ਰਸਮ ਵੇਲੇ ਕੀਰਤਨ ਸੋਹੇਲੇ ਦਾ ਪਾਠ ਭਾਈ ਬਿਧੀ ਚੰਦ ਜੀ ਤੋਂ ਹੀ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਨੇ ਕਰਵਾਇਆ, ਕਿਉਂਕਿ ਧੀਰਮਲ ਨੇ ਕਰਤਾਰਪੁਰ ਤੋਂ ਆਪਣੇ ਪਿਤਾ ਬਾਬਾ ਗੁਰਦਿੱਤਾ ਜੀ ਦੇ ਦੇਹ ਤਿਆਗਣ 'ਤੇ ਸ਼੍ਰੀ ਗੁਰੂ ਹਰਗੋਬਿੰਦ ਜੀ ਦੇ ਸੰਦੇਸ਼ ਭੇਜਣ 'ਤੇ ਵੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਨਹੀਂ ਭੇਜੀ। ਇਸ 'ਤੇ ਗੁਰੂ ਜੀ ਨੇ ਸੈਂਚੀਆਂ ਨਾਲ ਹੀ ਪਾਠ ਦਾ ਹੁਕਮ ਕਰ ਦਿੱਤਾ ਅਤੇ ਇਸ ਪਾਠ ਦਾ ਭੋਗ ਵੀ ਸੱਚੇ ਪਾਤਸ਼ਾਹ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਭਾਈ ਬਿਧੀ ਚੰਦ ਜੀ ਤੋਂ ਹੀ ਪਵਾਇਆ ਸੀ। ਜਦੋਂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਪੈਂਦੇ ਖਾਂ ਆਦਿ ਸੂਰਮਿਆਂ ਨੂੰ ਯੁੱਧ ਦੇ ਮੈਦਾਨ ਵਿੱਚ ਸਦਾ ਦੀ ਨੀਂਦ ਸੁਲਾ ਚੁੱਕੇ ਸਨ, ਤਦ ਗੁਰੂ ਜੀ ਇੱਕਦਮ ਕੀਰਤਪੁਰ ਸਾਹਿਬ ਨੂੰ ਚੱਲਣ ਲਈ ਤਿਆਰ ਹੋ ਗਏ ਅਤੇ ਭਾਈ ਬਿਧੀ ਚੰਦ ਜੀ ਨੂੰ ਕਹਿਣ ਲੱਗੇ ਕਿ ਸਾਈਂ ਬੁੱਢਣ ਸ਼ਾਹ ਜੀ ਸਾਨੂੰ ਬਹੁਤ ਯਾਦ ਕਰ ਰਹੇ ਹਨ, ਇਸ ਲਈ ਕੀਰਤਪੁਰ ਸਾਹਿਬ ਚੱਲਣ ਦੀ ਤਿਆਰੀ ਕਰੋ। ਉਸ ਵੇਲੇ ਗੁਰੂ ਜੀ ਦੋਵੇਂ ਮਾਤਾਵਾਂ ਨੂੰ ਨਾਲ ਲੈ ਕੇ ਭਾਈ ਬਿਧੀ ਚੰਦ ਜੀ ਸਮੇਤ ਕੀਰਤਪੁਰ ਸਾਹਿਬ ਨੂੰ ਚੱਲ ਪਏ। ਜਦੋਂ ਦੂਣ ਲੰਘ ਕੇ ਗੁਰੂ ਜੀ ਨੇ ਸਤਲੁਜ ਪਾਰ ਕੀਤਾ ਤਾਂ ਡਬਰੀ, ਜੋ ਕਿ ਸ਼੍ਰੀ ਅਨੰਦਪੁਰ ਸਾਹਿਬ ਦੇ ਲਾਗੇ ਹੈ, ਉੱਥੇ ਪਹੁੰਚੇ। ਜਦੋਂ ਉੱਥੇ ਪਹੁੰਚੇ ਤਾਂ ਸ਼੍ਰੀ ਗੁਰੂ ਹਰਗੋਬਿੰਦ ਜੀ ਨੇ ਭਾਈ ਬਿਧੀ ਚੰਦ ਜੀ ਨੂੰ ਕਿਹਾ ਕਿ ਇਹ ਰਾਮ ਜੀ ਦਾ ਮਹਾਨ ਸਥਾਨ ਹੈ। ਇਹ ਕੇਵਲ ਇਸ਼ਾਰਾ ਮਾਤਰ ਹੀ ਕੀਤਾ। ਸ਼੍ਰੀ ਕੀਰਤਪੁਰ ਸਾਹਿਬ ਜਾ ਕੇ ਭਾਈ ਬਿਧੀ ਚੰਦ ਜੀ ਬਾਬਾ ਬੁੱਢਣ ਸ਼ਾਹ ਜੀ ਦੇ ਪਾਸ ਹੀ ਠਹਿਰੇ ਸਨ। ਇੱਕ ਦਿਨ ਸ਼੍ਰੀ ਕੀਰਤਪੁਰ ਸਾਹਿਬ ਵਿੱਚ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਸਿੰਧਪੁਰੀ ਵਿੱਚ ਰਹਿੰਦੇ ਹੋਏ ਇੱਕ ਸਿੱਖ ਦੀ ਚਿੱਠੀ ਮਿਲੀ। ਉਸਨੇ ਬੜਾ ਘਗਿਆ ਕੇ ਬੇਨਤੀ ਕੀਤੀ ਹੋਈ ਸੀ ਕਿ ਹੇ ਪ੍ਰਭੂ, ਇੱਥੇ ਆ ਕੇ ਸਾਰਿਆਂ ਨੂੰ ਤਾਰੋ। ਗੁਰੂ ਜੀ ਚਿੱਠੀ ਪੜ੍ਹ ਕੇ ਬੜੇ ਖੁਸ਼ ਹੋਏ ਅਤੇ ਮੁਸਕਰਾਏ ਅਤੇ ਉਸ ਸਿੱਖ ਦੀ ਪ੍ਰੇਮ ਭਗਤੀ ਗੁਰੂ ਜੀ ਦੇ ਮਨ ਨੂੰ ਭਾ ਗਈ। ਗੁਰੂ ਜੀ ਨੇ ਪਾਸ ਬੈਠੇ ਹੋਏ ਭਾਈ ਬਿਧੀ ਚੰਦ ਜੀ ਨੂੰ ਕਿਹਾ, ਤੂੰ ਮੇਰੇ ਰੂਪ ਨੂੰ ਜਾਣਦਾ ਹੈ ਅਤੇ ਸਮਝਦਾ ਹੈ, ਇਸ ਲਈ ਉੱਥੇ ਜਾ ਕੇ ਮੇਰੇ ਪਿਆਰੇ ਸਿੱਖਾਂ ਨੂੰ ਦਰਸ਼ਨ ਦਿਓ। ਸਤਿਨਾਮ ਦਾ ਮੰਤਰ ਮੁਖ ਤੋਂ ਕਹਿੰਦੇ ਹੋਏ ਗੁਰੂ ਜੀ ਦੀ ਆਗਿਆ ਮੰਨਦੇ ਹੋਏ ਭਾਈ ਬਿਧੀ ਚੰਦ ਜੀ ਬਿਨਾਂ ਕਿਸੇ ਦੇਰੀ ਦੇ ਯਾਤਰਾ ਲਈ ਕੀਰਤਪੁਰ ਸਾਹਿਬ ਦੀ ਨਗਰੀ ਤੋਂ ਗੁਰੂ ਜੀ ਦੇ ਚਰਨਾਂ 'ਤੇ ਸੀਸ ਨਿਵਾ ਕੇ ਚੱਲ ਪਏ। ਰਾਹ ਵਿੱਚ ਜਾਂਦੇ ਇੱਕ ਅਜਿਹਾ ਕੌਤਕ ਹੋਇਆ ਜੋ ਅੱਗੇ ਨਾ ਸੁਣਿਆ ਹੀ ਸੀ ਅਤੇ ਨਾ ਹੀ ਅੱਖਾਂ ਨਾਲ ਦੇਖਿਆ ਸੀ। ਇਹ ਦੇਓਗਾঁव ਉੱਤਰ ਪ੍ਰਦੇਸ਼ ਦੀ ਸਾਖੀ ਹੈ। ਇਹ ਦੇਓਗਾঁव ਉੱਤਰ ਪ੍ਰਦੇਸ਼ ਵਿੱਚ ਅਯੋਧਿਆ ਜੀ ਤੋਂ 18 ਕੋ ਅਗਨ ਕੋਣ ਵਿੱਚ ਗੰਗਾ ਨਦੀ ਦੇ ਕਿਨਾਰੇ ਇੱਕ ਕਸਬਾ ਹੈ, ਜਿੱਥੇ ਹੁਣ ਵੀ ਸੁੰਦਰ ਸ਼ਾਹ ਜੀ ਅਤੇ ਭਾਈ ਬਿਧੀ ਚੰਦ ਜੀ ਦੀਆਂ ਸਮਾਧੀਆਂ ਹਨ। ਦੇਓਗਾঁव ਵਿੱਚ ਸੁੰਦਰ ਸ਼ਾਹ, ਜੋ ਕਿ ਬਾਬਾ ਬੁੱਢਣ ਸ਼ਾਹ ਜੀ ਦੇ ਚੇਲੇ ਸਨ, ਉਹਨਾਂ ਦੇ ਸਥਾਨ 'ਤੇ ਭਾਈ ਬਿਧੀ ਚੰਦ ਜੀ ਨੇ ਆਪਣਾ ਆਸਣ ਜਮਾ ਲਿਆ ਅਤੇ ਆਰਾਮ ਕਰਨ ਲੱਗ ਪਏ। ਸਾਧ ਸੰਗਤ ਜੀ, ਉਸ ਜਗ੍ਹਾ 'ਤੇ ਇੱਕ ਸੁੱਕੀ ਹੋਈ ਨਿੰਮ ਖੜੀ ਸੀ। ਉੱਥੇ ਜਿਹੜੀ ਸੁੱਕੀ ਹੋਈ ਇਹ ਨਿੰਮ ਸੀ, ਉਹ ਭਾਈ ਬਿਧੀ ਚੰਦ ਜੀ ਦੇ ਬੈਠਣ ਨਾਲ ਹਰੀ ਭਰੀ ਹੋ ਗਈ।
ਇਹ ਦੇਖ ਕੇ ਲੋਕਾਂ ਦੇ ਮਨ ਵਿੱਚ ਬੜੀ ਹੈਰਾਨੀ ਹੋਈ ਤੇ ਆਪਸ ਵਿੱਚ ਕਹਿਣ ਲੱਗੇ ਕਿ ਇਹ ਭਾਈ ਬਿਧੀ ਚੰਦ ਤਪ ਦੀ ਖਾਨ ਹੈ, ਜਿਸ ਦੇ ਤਪ ਨਾਲ ਇਹ ਬ੍ਰਿਛ ਹਰਾ ਭਰਾ ਹੋ ਗਿਆ ਹੈ। ਇਸ ਤਰ੍ਹਾਂ ਇਹ ਗੱਲ ਚਲਦੀ ਚਲਦੀ ਉੱਥੇ ਪਹੁੰਚ ਗਈ ਜਿੱਥੇ ਸੁੰਦਰ ਸ਼ਾਹ ਫੱਕਰ ਜੰਗਲ ਵਿੱਚ ਜਾ ਕੇ ਤਪ ਕਰ ਰਿਹਾ ਸੀ। ਇਸ ਗੱਲ ਨੂੰ ਅਚੰਭਾ ਸਮਝ ਕੇ ਸੁੰਦਰ ਫੱਕਰ ਸ਼ੇਰ 'ਤੇ ਸਵਾਰ ਹੋ ਕੇ ਉਸ ਤਪ ਸਥਾਨ 'ਤੇ ਆ ਗਿਆ ਤੇ ਮਨ ਵਿੱਚ ਇਹ ਵਿਚਾਰ ਕਰ ਰਿਹਾ ਸੀ ਕਿ ਮੇਰਾ ਤਪ ਬਹੁਤ ਜ਼ਿਆਦਾ ਹੈ ਤੇ ਮੇਰੀ ਆਗਿਆ ਨਾਲ ਜੰਗਲ ਦਾ ਹਰ ਜੀਵ ਸ਼ਿਵ ਜੀ ਦੇ ਬੈਲ ਦੀ ਤਰ੍ਹਾਂ ਚੱਲਦਾ ਹੈ। ਇਸ ਤਰ੍ਹਾਂ ਉਹ ਭਾਈ ਬਿਧੀ ਚੰਦ ਜੀ ਬਾਰੇ ਸੋਚ ਕੇ ਕਹਿਣ ਲੱਗੇ ਕਿ ਇਹ ਉਸਨੇ ਕੀ ਕੀਤਾ, ਸੁੱਕੀ ਹੋਈ ਨਿੰਮ ਹਰੀ ਕਰਕੇ ਰੱਖ ਦਿੱਤੀ। ਹੁਣ ਜੇਕਰ ਉਹ ਭਾਈ ਬਿਧੀ ਚੰਦ ਧੀਰਜ ਰੱਖ ਕੇ ਉੱਥੇ ਬੈਠਾ ਰਿਹਾ ਤਾਂ ਉਹ ਇੱਕ ਇਲਾਹੀ ਬੰਦਾ ਹੈ, ਨਹੀਂ ਤਾਂ ਉਹ ਇੱਕ ਜਾਦੂਗਰ ਹੈ। ਇਸ ਸੋਚ ਵਿੱਚ ਚੱਲਦੇ ਹੋਏ ਹੀ ਭਾਈ ਬਿਧੀ ਚੰਦ ਜੀ ਸੁੰਦਰ ਸ਼ਾਹ ਜੀ ਨੂੰ ਨਜ਼ਰੀ ਪੈਣ ਲੱਗ ਪਏ, ਜੋ ਹਰੀ ਨਿੰਮ ਦੇ ਥੱਲੇ ਬਿਰਾਜ ਰਹੇ ਸਨ, ਤੇ ਅਨੇਕਾਂ ਲੋਕ ਬੜੀ ਭੀੜ ਵਿੱਚ ਆ ਕੇ ਭਾਈ ਬਿਧੀ ਚੰਦ ਜੀ ਦੇ ਅੱਗੇ ਚੜ੍ਹਾਵੇ ਚੜ੍ਹਾ ਰਹੇ ਸਨ। ਇੰਨੇ ਨੂੰ ਸੁੰਦਰ ਸ਼ਾਹ ਨੇੜੇ ਆ ਗਿਆ ਤੇ ਉਹਨਾਂ ਨੂੰ ਦੇਖ ਕੇ ਲੋਕ ਡਰਦੇ ਹੋਏ ਦੌੜ ਗਏ। ਕੇਵਲ ਇੱਕ ਭਾਈ ਬਿਧੀ ਚੰਦ ਜੀ ਉੱਥੇ ਰਹਿ ਗਏ। ਜਦੋਂ ਸੁੰਦਰ ਸ਼ਾਹ ਸ਼ੇਰ ਦੀ ਸਵਾਰੀ ਕਰਦਾ ਹੋਇਆ ਭਾਈ ਬਿਧੀ ਚੰਦ ਜੀ ਦੇ ਬਹੁਤ ਨੇੜੇ ਆ ਗਿਆ ਤਾਂ ਭਾਈ ਬਿਧੀ ਚੰਦ ਜੀ ਨੇ ਉਸ ਨਾਲ ਅੱਖਾਂ ਮਿਲਾਈਆਂ। ਸ਼ੇਰ ਵੱਲ ਦੇਖਦਿਆਂ ਸਾਰ ਹੀ ਸ਼ੇਰ ਜੜ ਰੂਪ ਹੋ ਗਿਆ। ਸੁੰਦਰ ਸ਼ਾਹ ਨੇ ਉਸ ਸ਼ੇਰ ਨੂੰ ਤੋਰਨ ਦਾ ਬੜਾ ਯਤਨ ਕੀਤਾ, ਪਰ ਸੁੰਦਰ ਸ਼ਾਹ ਦੀ ਕੋਈ ਪੇਸ਼ ਨਾ ਗਈ। ਆਖਰ ਮਨ ਵਿੱਚ ਸੋਚਦਾ ਹੈ, ਹੇ ਸੰਤ, ਸ਼ਿਕਾਰੀ ਬਣ ਕੇ ਇਸ ਧਰਤੀ 'ਤੇ ਗਿਆ ਹੈ ਤੇ ਧਰਤੀ ਨੂੰ ਮੇਲੇ ਦੇ ਸਮਾਨ ਸਮਝਦਾ ਹੈ। ਇੰਨੇ ਨੂੰ ਸ਼ੇਰ ਮਿੱਟੀ ਵਿੱਚ ਲੇਟ ਗਿਆ। ਜਿਸ ਤਰ੍ਹਾਂ ਸੂਰਜ ਦੇ ਸਾਹਮਣੇ ਦੀਵਾ, ਚੰਦਰਮਾ ਦੇ ਸਾਹਮਣੇ ਜੁਗਨੂ ਤੇ ਕੋਈ ਪੰਛੀ ਗਰੁੜ ਨੂੰ ਜਿੱਤਣਾ ਚਾਹੇ ਤਾਂ ਇਹ ਬੜਾ ਮੁਸ਼ਕਲ ਹੈ, ਇਸੇ ਤਰ੍ਹਾਂ ਸੁੰਦਰ ਸ਼ਾਹ ਦਾ ਭਾਈ ਬਿਧੀ ਚੰਦ ਜੀ ਨੂੰ ਜਿੱਤਣਾ ਮੁਸ਼ਕਲ ਸੀ। ਅਨੇਕਾਂ ਵਿਧੀਆਂ ਕਰਨ 'ਤੇ ਉਹ ਭਾਈ ਬਿਧੀ ਚੰਦ ਜੀ ਦੇ ਸਮਾਨ ਨਾ ਹੋ ਸਕਿਆ। ਜਦੋਂ ਸੁੰਦਰ ਸ਼ਾਹ ਮਰੇ ਹੋਏ ਸ਼ੇਰ ਨੂੰ ਜ਼ਿੰਦਾ ਕਰਨ ਵਿੱਚ ਅਸਫਲ ਰਿਹਾ ਤਾਂ ਉਸ ਨੂੰ ਮਜਬੂਰ ਹੋ ਕੇ ਆਪਣੀ ਹਾਰ ਮੰਨ ਕੇ ਨੰਗੇ ਪੈਰੀ ਅਗਾਂਹ ਭਾਈ ਬਿਧੀ ਚੰਦ ਜੀ ਵੱਲ ਵਧਣਾ ਪਿਆ ਤੇ ਉਹਨਾਂ ਦੇ ਚਰਨੀ ਨਮਸਕਾਰ ਕਰਨੀ ਪਈ ਤੇ ਭਾਈ ਬਿਧੀ ਚੰਦ ਜੀ ਦੀ ਬੇਅੰਤ ਮਹਿਮਾ ਕੀਤੀ। ਭਾਈ ਬਿਧੀ ਚੰਦ ਜੀ ਨੇ ਸੁੰਦਰ ਸ਼ਾਹ ਨੂੰ ਆਪਣੇ ਪੈਰਾਂ ਤੋਂ ਉਠਾਇਆ ਤੇ ਬੜੇ ਪਿਆਰ ਨਾਲ ਗਿਆਨ ਚਰਚਾ ਕਰਨ ਲੱਗੇ। ਫਿਰ ਸੁੰਦਰ ਸ਼ਾਹ ਜੀ ਨੇ ਬੇਨਤੀ ਕੀਤੀ ਕਿ ਇਸ ਸ਼ੇਰ ਦੀ ਮੁਕਤੀ ਕਰੋ ਤੇ ਇਹ ਮੁੜ ਜੰਗਲ ਵੱਲ ਚਲਾ ਜਾਵੇ। ਭਾਈ ਬਿਧੀ ਚੰਦ ਜੀ ਨੇ ਗੰਭੀਰਤਾ ਭਰਪੂਰ ਸ਼ਬਦਾਂ ਵਿੱਚ ਕਿਹਾ, ਸਤਨਾਮ ਕਹਿੰਦੇ ਹੋਏ ਇਸ 'ਤੇ ਪਾਣੀ ਪਾਓ। ਸੁੰਦਰ ਸ਼ਾਹ ਨੇ ਅਜਿਹਾ ਹੀ ਕੀਤਾ। ਫਿਰ ਸ਼ੇਰ ਨੇ ਪ੍ਰਾਣ ਤਿਆਗੇ ਤੇ ਭਾਈ ਬਿਧੀ ਚੰਦ ਜੀ ਵੱਲ ਵੰਦਨਾ ਕੀਤੀ। ਇਹ ਕੌਤਕ ਦੇਖ ਕੇ ਸੁੰਦਰ ਸ਼ਾਹ ਹੋਰ ਵੀ ਹੈਰਾਨੀ ਵਿੱਚ ਪੈ ਗਿਆ ਤੇ ਪੁੱਛਣ ਲੱਗਾ ਕਿ ਇਸ ਸ਼ੇਰ ਨੇ ਕਿਸ ਕਾਰਨ ਇਹ ਦੇਹੀ ਪਾਉਣੀ ਸੀ। ਇਸ 'ਤੇ ਇੱਕ ਇਲਾਹੀ ਆਵਾਜ਼ ਨੇ ਉੱਤਰ ਦਿੱਤਾ, ਹੇ ਸੁੰਦਰ, ਤੂੰ ਧਨ ਹੈ ਜਿਸ ਨੂੰ ਮਨੁੱਖੀ ਸਰੀਰ ਵਿੱਚ ਦਰਸ਼ਨ ਹੋਏ। ਹੁਣ ਮੈਨੂੰ ਕਿਰਨਾਂ ਦਾ ਰਾਜਾ ਜਾਣਨਾ, ਜਿਸ ਦਾ ਇਤਨਾ ਜ਼ਿਆਦਾ ਤੇਜ ਸੀ ਜੋ ਕਿਹਾ ਨਹੀਂ ਸੀ ਜਾ ਸਕਦਾ। ਇੱਕ ਦਿਨ ਦੇਵਤਿਆਂ ਦੀ ਸਭਾ 'ਤੇ ਦੁਰਭਾਸ਼ਾ ਰਿਸ਼ੀ ਵੀ ਉਸ ਸਭਾ ਵਿੱਚ ਆਏ। ਉਸ ਵੱਲ ਮੈਥੋਂ ਗੁੱਸੇ ਵਾਲੀਆਂ ਅੱਖਾਂ ਨਾਲ ਦੇਖ ਹੋ ਗਿਆ। ਇਸ 'ਤੇ ਦੁਰਭਾਸ਼ਾ ਨੇ ਮੈਨੂੰ ਗੁੱਸੇ ਵਿੱਚ ਸਰਾਪ ਦੇ ਦਿੱਤਾ, ਹੇ ਦੁਸ਼ਟਾ, ਤੂੰ ਸ਼ੇਰ ਦੀ ਤਰ੍ਹਾਂ ਕ੍ਰੋਧ ਵਿੱਚ ਲੱਗਦਾ ਹੈ। ਇਸ ਤਰ੍ਹਾਂ ਮੇਰੀ ਸ਼ੇਰ ਦੀ ਜੌਨੀ ਹੋਈ। ਇਸ 'ਤੇ ਮੈਂ ਦੁਖੀ ਹੋਏ ਨੇ ਦੁਰਭਾਸ਼ਾ ਜੀ ਅੱਗੇ ਬੇਨਤੀ ਕੀਤੀ ਤਾਂ ਮੇਰੀ ਬੇਨਤੀ ਸੁਣ ਕੇ ਰਿਸ਼ੀ ਨੇ ਕਿਹਾ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਅੰਸ਼ ਦੇ 6ਵੇਂ ਗੁਰੂ ਆਉਣਗੇ। ਸੁੱਕੀ ਨਿੰਮ ਨੂੰ ਹਰੀ ਸੁਣ ਕੇ ਸੁੰਦਰ ਸ਼ਾਹ ਦੌੜੇਗਾ, ਤੇਰੇ 'ਤੇ ਚੜ੍ਹ ਕੇ ਉਸ ਨੂੰ ਗਿਆਨ ਆਵੇਗਾ, ਤੂੰ ਜੜ ਹੋ ਜਾਏਗਾ। ਤੇਰੇ 'ਤੇ ਸੁੰਦਰ ਸ਼ਾਹ ਸਤਨਾਮ ਦਾ ਜਾਪ ਕਰਕੇ ਪਾਣੀ ਪਾਏਗਾ ਤੇ ਤੂੰ ਮੁਕਤੀ ਨੂੰ ਪ੍ਰਾਪਤ ਹੋਏਗਾ। ਇਸ ਪ੍ਰਕਾਰ ਕਾਫੀ ਸਮਾਂ ਉੱਥੇ ਬਿਤਾ ਕੇ ਸਿੱਖੀ ਦਾ ਪ੍ਰਚਾਰ ਕਾਫੀ ਕਰਕੇ ਭਾਈ ਬਿਧੀ ਚੰਦ ਜੀ ਵਾਪਸ ਸ਼੍ਰੀ ਗੁਰੂ ਹਰਗੋਬਿੰਦ ਜੀ ਦੇ ਚਰਨਾਂ ਵਿੱਚ ਸ਼੍ਰੀ ਕੀਰਤਪੁਰ ਸਾਹਿਬ ਆਪਣੇ ਨਾਲ ਪ੍ਰਾਪਤ ਹੋਈ ਕਾਫੀ ਭੇਟਾ ਲੈ ਕੇ ਹਾਜ਼ਰ ਹੋ ਗਏ। ਗੁਰੂ ਜੀ ਭਾਈ ਬਿਧੀ ਚੰਦ ਜੀ ਨੂੰ ਮਿਲ ਕੇ ਬਹੁਤ ਪ੍ਰਸੰਨ ਹੋਏ ਤੇ ਜੋ ਭੇਟਾ ਭਾਈ ਬਿਧੀ ਚੰਦ ਜੀ ਲਿਆਏ ਸਨ ਉਹ ਗੁਰੂ ਜੀ ਨੇ ਸਿੱਖਾਂ ਵਿੱਚ ਵੰਡ ਦਿੱਤੀ। ਇੱਕ ਤਾਂ ਦੀਵਾਲੀ ਦਾ ਮੇਲਾ ਸੀ, ਦੂਸਰਾ ਬਾਬਾ ਗੁਰਦਿੱਤਾ ਜੀ ਦੇ ਚਲਾਣੇ ਦਾ ਅਫਸੋਸ ਕਰਨ ਲਈ ਬਹੁਤ ਸਾਰੀ ਸੰਗਤ
ਸ਼੍ਰੀ ਕੀਰਤਪੁਰ ਸਾਹਿਬ ਵਿੱਚ ਸ਼੍ਰੀ ਹਰਗੋਬਿੰਦ ਜੀ ਦੇ ਚਰਨਾਂ ਵਿੱਚ ਪਹੁੰਚ ਰਹੀ ਸੀ। ਅਲਮਸਤ ਜੀ ਨਾਨਕ ਮਤੇ ਤੋਂ ਰਾਜਾ ਬਾਜ ਬਹਾਦਰ ਸਮੇਤ ਕੀਰਤਪੁਰ ਸਾਹਿਬ ਨੂੰ ਚੱਲ ਪਏ। ਇਹਨਾਂ ਨਾਲ ਹੀ ਸੁੰਦਰ ਸ਼ਾਹ ਜੀ ਵੀ ਸ਼੍ਰੀ ਕੀਰਤਪੁਰ ਸਾਹਿਬ ਨੂੰ ਚੱਲਣ ਲਈ ਤਿਆਰ ਹੋ ਗਏ, ਕਿਉਂਕਿ ਇਸ ਵੇਲੇ ਸੁੰਦਰ ਭਾਈ ਜੀ ਨੂੰ ਆਪਣੇ ਗੁਰੂ ਬਾਬਾ ਬੁੱਢਣ ਸ਼ਾਹ ਜੀ ਦੇ ਅਕਾਲ ਚਲਾਣੇ ਦਾ ਪਤਾ ਲੱਗ ਗਿਆ ਸੀ। ਕੀਰਤਪੁਰ ਸਾਹਿਬ ਪਹੁੰਚ ਕੇ ਸੁੰਦਰ ਸ਼ਾਹ ਦਾ ਮਨ ਗੁਰੂ ਘਰ ਤੋਂ ਬਹੁਤ ਪਸੀਜ ਗਿਆ। ਉਸਨੇ ਇੱਕ ਵੱਡੇ ਵੱਡੇ ਕੀਮਤੀ ਮੋਤੀਆਂ ਦੀ ਮਾਲਾ, ਜੋ ਕਿ ਕਿਸੇ ਨਵਾਬ ਦੀ ਬੇਗਮ ਨੇ ਸੁੰਦਰ ਸ਼ਾਹ ਜੀ ਨੂੰ ਚੜ੍ਹਾਈ ਸੀ, ਉਹ ਭੇਟਾ ਕੀਤੀ। ਬਾਬਾ ਬੁੱਢਣ ਸ਼ਾਹ ਜੀ ਦੀ ਕਬਰ ਬਹੁਤ ਚੰਗੀ ਬਣਾਈ ਗਈ ਤੇ ਨਜ਼ਰ ਨਿਆਜ਼ ਦਿੱਤੀ। ਸੁੰਦਰ ਸ਼ਾਹ ਦਾ ਪਿਆਰ ਗਿਆਨ ਚਰਚਾ ਵਿੱਚ ਹੀ ਭਾਈ ਬਿਧੀ ਚੰਦ ਜੀ ਦੇ ਨਾਲ ਬਹੁਤ ਹੋ ਗਿਆ ਸੀ। ਸੁੰਦਰ ਸ਼ਾਹ ਯੋਗ ਮਾਰਗ ਤਾਂ ਜਾਣਦਾ ਸੀ, ਪਰ ਬ੍ਰਹਮ ਗਿਆਨ ਤੋਂ ਖਾਲੀ ਸੀ। ਇਸ ਲਈ ਗੁਰੂ ਜੀ ਦੇ ਪਾਸ ਰਹਿ ਕੇ ਉਸਨੇ ਬ੍ਰਹਮ ਗਿਆਨ ਦੀ ਵਿੱਦਿਆ ਸਿੱਖੀ। ਉਸ ਦਿਨ ਤੋਂ ਹੀ ਗੁਰੂ ਜੀ ਦੇ ਪਾਸ ਰਹਿ ਕੇ ਉਹ ਬੁੱਢਣ ਸ਼ਾਹ ਜੀ ਦੀ ਤਰ੍ਹਾਂ ਗੁਰੂ ਘਰ ਦਾ ਸ਼ਰਧਾਲੂ ਬਣ ਗਿਆ। ਭਾਈ ਬਿਧੀ ਚੰਦ ਜੀ ਨਾਲ ਸੁੰਦਰ ਸ਼ਾਹ ਜੀ ਦਾ ਬਹੁਤ ਪਿਆਰ ਵੱਧ ਗਿਆ। ਵਿਦਾ ਹੋਣ ਸਮੇਂ ਸੁੰਦਰ ਸ਼ਾਹ ਜੀ ਨੇ ਭਾਈ ਬਿਧੀ ਚੰਦ ਜੀ ਨੂੰ ਬਚਨ ਕੀਤਾ ਕਿ ਜਦੋਂ ਵੀ ਮੈਂ ਆਪ ਜੀ ਨੂੰ ਬੁਲਾਵਾਂ, ਤੁਹਾਨੂੰ ਜ਼ਰੂਰ ਹੀ ਦਿਓ ਗਾঁव ਪਹੁੰਚਣਾ ਪਏਗਾ। ਇਸ ਪ੍ਰਕਾਰ ਸੁੰਦਰ ਸ਼ਾਹ ਪ੍ਰਸੰਨਤਾਪੂਰਵਕ ਦਿਓ ਗਾঁव ਵਾਪਸ ਚਲੇ ਗਏ। ਸ਼੍ਰੀ ਕੀਰਤਪੁਰ ਸਾਹਿਬ ਵਿੱਚ ਸ਼੍ਰੀ ਗੁਰੂ ਹਰਰਾਜ ਸਾਹਿਬ ਜੀ ਦੇ ਵਿਆਹ ਪਿੱਛੋਂ ਸਿੱਖ ਸੰਗਤ ਅਜੇ ਵਿਹਲੀ ਹੀ ਹੋਈ ਸੀ ਕਿ ਸੁੰਦਰ ਸ਼ਾਹ ਜੀ ਨੇ ਆਪਣੇ ਚੇਲੇ ਬਾਰੇ ਸ਼ਾਹ ਨੂੰ ਉਸ ਇਲਾਕੇ ਦੀਆਂ ਕੀਮਤੀ ਵਸਤੂਆਂ ਗੁਰੂ ਭੇਟਾ ਲਈ ਦੇ ਕੇ ਕੀਰਤਪੁਰ ਸਾਹਿਬ ਭੇਜੀਆਂ, ਤਾਂ ਕਿ ਉਹ ਉਹਨਾਂ ਦੇ ਪਿਆਰੇ ਮਿੱਤਰ ਭਾਈ ਬਿਧੀ ਚੰਦ ਜੀ ਨੂੰ ਬੁਲਾ ਕੇ ਲਿਆ ਸਕੇ। ਕੀਰਤਪੁਰ ਸਾਹਿਬ ਆ ਕੇ ਬਾਰੇ ਸ਼ਾਹ ਨੇ ਆਪਣੇ ਗੁਰੂ ਦੀ ਇੱਛਾ ਦੱਸੀ ਕਿ ਭਾਈ ਬਿਧੀ ਚੰਦ ਜੀ ਨੂੰ ਮੇਰੇ ਨਾਲ ਘੱਲੇ, ਮੇਰਾ ਗੁਰੂ ਇਹਨਾਂ ਨੂੰ ਬਹੁਤ ਯਾਦ ਕਰ ਰਿਹਾ ਹੈ। ਗੁਰੂ ਹਰਗੋਬਿੰਦ ਸਾਹਿਬ ਜੀ ਨੇ ਇਹਨਾਂ ਦੀ ਇੱਛਾ ਪੂਰਤੀ ਲਈ ਭਾਈ ਬਿਧੀ ਚੰਦ ਜੀ ਨੂੰ ਜਾਣ ਦੀ ਆਗਿਆ ਦੇ ਦਿੱਤੀ। ਭਾਈ ਬਿਧੀ ਚੰਦ ਜੀ ਨੇ ਆਪਣੇ ਪੁੱਤਰ ਲਾਲ ਚੰਦ ਦੀ ਬਾਂਹ ਗੁਰੂ ਜੀ ਨੂੰ ਪਕੜਾਈ ਤੇ ਕਿਹਾ, ਬੇਟਾ, ਦਿਨ ਰਾਤ ਗੁਰੂ ਜੀ ਦੇ ਚਰਨਾਂ ਵਿੱਚ ਰਹਿਣਾ ਤੇ ਸੇਵਾ ਕਰਨੀ। ਇੰਨਾ ਮੂੰਹੋਂ ਨਿਕਲਦੇ ਹੀ ਭਾਈ ਬਿਧੀ ਚੰਦ ਜੀ ਨੇ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਨਾਲ ਆਪਣਾ ਸੀਸ ਜੋੜ ਦਿੱਤਾ। ਇਸ ਤੇ ਗੁਰੂ ਜੀ ਦੀਆਂ ਅੱਖਾਂ ਵਿੱਚੋਂ ਜਲ ਵਹਿਣ ਲੱਗ ਪਿਆ ਤੇ ਪਿਆਰ ਨਾਲ ਭਾਈ ਬਿਧੀ ਚੰਦ ਜੀ ਨੂੰ ਆਪਣੀ ਗੋਦੀ ਵਿੱਚ ਲਿਆ ਤੇ ਬਚਨ ਕੀਤਾ, ਬਿਧੀ ਚੰਦ, ਜੋ ਤੇਰੇ ਤੇ ਮੇਰੇ ਵਿੱਚ ਫਰਕ ਸਮਝੇਗਾ ਉਹ ਸਿੱਖੀ ਨੂੰ ਪ੍ਰਾਪਤ ਨਹੀਂ ਕਰ ਸਕੇਗਾ। ਫਿਰ ਗੁਰੂ ਜੀ ਨੇ ਕਿਹਾ, ਬਾਕੀ ਤੁਸੀਂ ਸੁੰਦਰ ਸ਼ਾਹ ਜੀ ਨਾਲ ਮਿਲ ਕੇ ਸੱਚਖੰਡ ਚਲੇ ਜਾਓ, ਅਸੀਂ ਵੀ ਆਏ। ਇਸ ਸਮੇਂ ਗੁਰੂ ਜੀ ਤੇ ਭਾਈ ਬਿਧੀ ਚੰਦ ਜੀ ਦੀਆਂ ਅੱਖਾਂ ਚਸ਼ਮੇ ਦੀ ਤਰ੍ਹਾਂ ਨੀਰ ਵਹਾ ਰਹੀਆਂ ਸਨ। ਇਸ ਪਿੱਛੋਂ ਭਾਈ ਬਿਧੀ ਚੰਦ ਜੀ, ਭਾਈ ਭਾਨਾ ਜੀ, ਜਥੇਦਾਰ ਚੂਹੜ ਸਿੰਘ ਜੀ ਤੇ ਹੋਰ ਸਭ ਸਿੱਖਾਂ ਨੂੰ ਪਿਆਰ ਨਾਲ ਮਿਲੇ। ਭਾਈ ਜੋਧ ਸ਼ਾਹ, ਭਾਈ ਸਿੰਘਾ, ਭਾਈ ਭੱਲਣ ਤੇ ਜਥੇਦਾਰ ਚੂਹੜ ਜੀ ਆਦਿ ਜਿੰਨੇ ਵੀ ਸਿੱਖ ਸਨ, ਭਾਈ ਬਿਧੀ ਚੰਦ ਜੀ ਨੂੰ ਲੋਹੰਡ ਖੰਡ, ਜਿਹੜਾ ਕਿ ਕੀਰਤਪੁਰ ਸਾਹਿਬ ਦੇ ਦੱਖਣ ਵਿੱਚ ਲਾਗੇ ਹੀ ਹੈ, ਉੱਥੇ ਤੱਕ ਵਿਦਾ ਕਰਨ ਵਾਸਤੇ ਗਏ। ਜਦੋਂ ਭਾਈ ਬਿਧੀ ਚੰਦ ਜੀ ਦਿਓ ਗਾঁव ਪਹੁੰਚੇ ਤਾਂ ਸੁੰਦਰ ਸ਼ਾਹ ਜੀ ਦੀ ਸਮਾਧੀ ਲੱਗੀ ਹੋਈ ਸੀ। ਜਦੋਂ ਸਮਾਧੀ ਖੁੱਲ੍ਹੀ ਤਾਂ ਭਾਈ ਬਿਧੀ ਚੰਦ ਜੀ ਦੇ ਦਰਸ਼ਨ ਕਰਨ ਤੇ ਉਸ ਨੂੰ ਗੁਰੂ ਜੀ ਦੇ ਦਰਸ਼ਨਾਂ ਵਾਲਾ ਆਨੰਦ ਪ੍ਰਾਪਤ ਹੋ ਗਿਆ ਤੇ ਅਤ ਪ੍ਰਸੰਨਤਾ ਮਹਿਸੂਸ ਕੀਤੀ। ਸੁੰਦਰ ਸ਼ਾਹ ਜੀ ਨੇ ਭਾਈ ਬਿਧੀ ਚੰਦ ਜੀ ਦੇ ਦਰਸ਼ਨ ਆਪਣੇ ਸੰਗਤੀਆਂ ਨੂੰ ਵੀ ਕਰਵਾਏ। ਸੁੰਦਰ ਸ਼ਾਹ ਜੀ ਭਾਈ ਬਿਧੀ ਚੰਦ ਜੀ ਦੇ ਨਾਲ 15 ਦਿਨ ਤੱਕ ਗਿਆਨ ਚਰਚਾ ਕਰਦੇ ਰਹੇ। ਇੱਕ ਦਿਨ ਭਾਈ ਬਿਧੀ ਚੰਦ ਜੀ ਨੇ ਸੁੰਦਰ ਸ਼ਾਹ ਜੀ ਤੋਂ ਆਪਣਾ ਆਸਨ ਕੁਝ ਪਰਾਂ ਕਰ ਲਿਆ। ਨਿਤਨੇਮ ਅਨੁਸਾਰ ਇਸ਼ਨਾਨ ਪਿੱਛੋਂ ਸ਼੍ਰੀ ਜਪਜੀ ਸਾਹਿਬ ਦਾ ਪਾਠ ਕੀਤਾ ਤੇ ਭਾਈ ਬਿਧੀ ਚੰਦ ਜੀ ਨੇ ਆਪਣੀ ਦੇਹ ਤਿਆਗ ਦਿੱਤੀ। ਇਹ ਗੱਲ ਭਾਦਰੋਂ ਸੁਦੀ 3 1638 ਈਸਵੀ ਦੀ ਹੈ, ਪਰ ਗੁਰੂ ਬਿਲਾਸ ਪਾਤਸ਼ਾਹੀ 6ਵੀਂ ਵਿੱਚ ਭਾਦਰੋਂ ਸੁਦੀ 8ਵੀਂ ਹੈ। ਛੇਤੀ ਹੀ ਸੁੰਦਰ ਸ਼ਾਹ ਜੀ ਨੇ ਵੀ ਆਪਣਾ ਸਰੀਰ ਤਿਆਗ ਦਿੱਤਾ। ਸੁੰਦਰ ਸ਼ਾਹ ਜੀ ਤੇ ਭਾਈ ਬਿਧੀ ਚੰਦ ਜੀ ਦੀਆਂ ਇਕੱਠੀਆਂ ਸਮਾਧੀਆਂ ਦਿਓ ਗਾঁव ਵਿੱਚ ਬਣਾਈਆਂ ਗਈਆਂ। ਹਰ ਸਾਲ ਪੋਹ ਦੇ 15 ਦਿਨ ਇੱਥੇ ਮੇਲਾ ਲੱਗਦਾ ਹੈ ਤੇ ਕੜਾਹ ਪ੍ਰਸ਼ਾਦ ਦਾ ਚੜਾਵਾ ਚੜਾਇਆ ਜਾਂਦਾ ਹੈ। ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਭਾਈ ਬਿਧੀ ਚੰਦ ਜੀ ਦੇ ਪੁੱਤਰ ਲਾਲ ਚੰਦ ਜੀ ਨੂੰ ਬਹੁਤ ਪਿਆਰ ਨਾਲ ਰੱਖਿਆ ਤੇ ਆਪਣੇ ਅੰਤਿਮ ਸਮੇਂ ਲਾਲ ਚੰਦ ਜੀ ਨੂੰ ਹੁਕਮ ਦਿੱਤਾ
ਕਿ ਤੁਸੀਂ ਸ਼੍ਰੀ ਕੀਰਤਪੁਰ ਸਾਹਿਬ ਵਿੱਚ ਰਹਿ ਕੇ ਸੈਂਚਿਆਂ ਦੀ ਰਚਨਾ ਕਰਨੀ ਹੈ। ਧੰਨ ਧੰਨ ਭਾਈ ਬਿਧੀ ਚੰਦ ਜੀ ਮਹਾਰਾਜ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਜੀ। ਦਾਸ ਨੂੰ ਆਗਿਆ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।